ਬੱਚੇ ਦੀ ਤੇ ਬੱਚਾ ਤੁਹਾਡਾ 9 ਸਾਲ ਦਾ ਤਕਰੀਬਨ ਹੋ ਚੁੱਕਾ ਹੈ। ਹਾਂਜੀ। ਇਹ ਪੜ੍ਹਨਾ ਚਾਹੁੰਦਾ ਆ, ਪੜ੍ਹਨ ਵਾਸਤੇ ਨਹੀਂ ਕਦੀ ਕਿਹਾ ਕਿ ਕਿਤੇ ਚੰਗੇ ਸਕੂਲ 'ਚ ਪਾ ਦਈਏ, ਕਦੀ ਸੋਚ ਤੁਹਾਡੇ ਮਨ 'ਚ ਨਹੀਂ ਕਦੀ ਆਇਆ ਵਿਚਾਰ ਵੀ ਇਹਨੂੰ ਚੰਗੇ ਸਕੂਲ 'ਚ ਪੜਾਵਾਂ? ਹਾਂਜੀ ਵੀਰ ਜੀ, ਇਹਦਾ ਪਾਪਾ ਕਹਿੰਦਾ ਸੀ ਇਹਨੂੰ ਵਧੀਆ ਸਕੂਲ ਪਾਓ ਤੇ ਕਿਤੇ ਪੜ੍ਹ ਲਿਖ ਜਾਊ, ਤੇਰੀ ਜ਼ਿੰਦਗੀ ਵਧੀਆ ਬਣਾ ਦੂਗਾ ਜੇ ਕਿਤੇ ਪੜ੍ਹ ਜੂ ਤੇ ਮੈਂ ਕਿਹਾ ਸਾਡੇ ਕੋਲ ਗਰੀਬਾਂ ਕੋ ਪੜ੍ਹਾਇਆ ਰੋਟੀ ਨਹੀਂ ਪੂਰੀ ਹੁੰਦੀ, ਸਕੂਲਾਂ ਦੇ ਖਰਚ ਬੜੇ। ਤੁਹਾਡੇ ਜਿਹੜੇ ਹਸਬੈਂਡ ਦੀ ਕੀ ਗੱਲ ਹੋਈ ਸੀ, ਕਦੋਂ ਡੈਥ ਹੋਈ ਸੀ? ਵੀਰ ਜੀ ਇਹ ਅਨੰਦਪੁਰ ਸਾਹਿਬ ਗਿਆ ਸੀ, ਇਹਦੀ ਲੱਤ ਕੱਟੀ ਗਈ ਤੇ ਇਹ ਨਾ ਦਵਾਈ ਦਾਰੂ ਨਹੀਂ ਜੁੜਦਾ, ਘਰ ਵਿੱਚ ਗਰੀਬੀ ਸੀ ਤੇ ਕੰਮ ਕਰਦਾ ਸੀ, ਦਵਾਈ ਆ ਜਾਂਦੀ ਸੀ, ਉਹ ਰਹਿੰਦਾ ਰਹਿ ਗਿਆ ਤੇ ਦਵਾਈ ਨਹੀਂ ਮਿਲੀ ਤੇ ਉਹਦੀ ਡੈਥ ਹੋ ਗਈ। ਜੇ ਗੱਲ ਕਰੀਏ ਭੈਣ ਜੀ ਰੋਟੀ ਪਾਣੀ ਦੇ ਸਾਧਨ ਦੀ ਗੱਲ ਕਰੀਏ ਤੇ ਜੇ ਕਮਾਉਣ ਵਾਸਤੇ ਸਿਰਫ ਤੁਹਾਡੇ ਹਸਬੈਂਡ ਹੀ ਕਮਾਉਂਦੇ ਕਿ ਤੁਸੀਂ ਵੀ ਕੁਝ ਕੰਮ ਕਰਦੇ? ਵੀਰ ਜੀ ਉਦੋਂ ਮੇਰਾ ਸਰੀਰ ਸਹੀ ਸੀ, ਉਹ ਵੀ ਕਰਦਾ ਸੀ, ਮੈਂ ਵੀ ਕਰ ਲੈਂਦੀ ਹਾਂ। ਜਦੋਂ ਦਾ ਪੂਰਾ ਹੋ ਗਿਆ, ਮੇਰਾ ਸਰੀਰ ਗਮ ਵਾਲਾ ਹੋ ਗਿਆ, ਮੇਰੇ ਕੋਲ ਕੰਮ ਨਹੀਂ ਹੁੰਦਾ, ਦਵਾਈ ਖਾਂਦੀ, ਯੂਰੀਆ ਵੱਧਦਾ, ਬੀਪੀ ਜ਼ਿਆਦਾ ਵੱਧਦਾ ਤੇ ਕੰਮ ਕਿਸੇ ਦਾ ਵੀ ਨਹੀਂ ਹੁਣ ਹੁੰਦਾ। ਬਸ ਤੰਗੀ ਬੜੀ ਆ, ਖਾਣ ਦੀ ਵੀ ਤੇ ਪੈਸੇ ਦੀ ਵੀ, ਘਰ ਦੀ ਵੀ। ਸਾਡਾ ਜਿਹੜੇ ਵੀਰ ਅਣਵੀਰ ਉਹ ਸਾਡੀ ਸਹਾਇਤਾ ਕਰਨ। ਕੀ ਬਣਨਾ ਚਾਹੁੰਦੇ ਹੋ ਤੁਸੀਂ? ਕੀ ਮਨ 'ਚ ਸੁਪਨਾ ਹੈ? ਪੜ੍ਹਨਾ ਕੀ, ਪੜ੍ਹ ਕੇ ਕੀ ਬਣਨਾ ਚਾਹੁੰਦੇ ਹੋ? पढ़ के पुलिस वाला बनना चाहूँगा। ਅੱਛਾ, ਕੀ ਕਰੋਗੇ ਪੁਲਿਸ ਵਾਲੇ ਬਣ ਕੇ? दुनिया की सेवा करूँ। ਅੱਛਾ, ਸੇਵਾ ਕਰੋਗੇ। ਤੇ ਜੇ ਹੁਣ ਗੱਲ ਕਰੀਏ ਤੇ ਹਾਲ ਦੀ ਘੜੀ ਰੋਟੀ ਪਾਣੀ ਫਿਰ ਕਿੱਦਾਂ ਚੱਲਦਾ? ਤੁਸੀਂ ਜਿੱਦਾਂ ਦੱਸ ਰਹੇ ਹੋ ਕਿ ਸਾਲ ਹੋ ਗਿਆ, ਮਤਲਬ ਦੂਜਾ ਸਾਲ ਹੁਣ ਲੱਗ ਜਾਣਾ, ਜਨਵਰੀ 'ਚ 2 ਸਾਲ ਹੋ ਜਾਣੇ, ਪਰ ਕਿੱਦਾਂ ਹੁਣ ਕਿੱਦਾਂ ਰੋਟੀ ਪਾਣੀ ਫਿਰ ਕਿੱਦਾਂ ਚੱਲਦਾ ਜੀ? ਸਾਡੇ ਏਦਾਂ ਹੀ, ਕਦੀ ਪਿੰਡ ਵਾਲੇ, ਕਦੀ ਚੌਲ, ਕਦੀ ਕਣਕ, ਗਰੀਬ ਵੀ ਤਰਸੀ ਕੋਈ ਦੇ ਦਿੰਦਾ ਤੇ ਉਹਦੇ ਨਾਲ ਫਿਰ ਸਾਡਾ ਮਾੜਾ ਮੋਟਾ ਟਾਈਮ ਪਾਸ ਹੋ ਜਾਂਦਾ ਹੈ। ਸਤਿ ਸ਼੍ਰੀ ਅਕਾਲ, ਪ੍ਰਾਈਮ ਮੁੱਦੇ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਜਗਜੀਤ ਸਿੰਘ। ਦਰਸ਼ਕੋ, ਪ੍ਰਾਈਮ ਮੁੱਦੇ ਦੀ ਇੱਕ ਵੱਡੀ ਕੋਸ਼ਿਸ਼ ਰਹੀ ਆ ਕਿ ਬੇਸਹਾਰਾ ਅਤੇ ਲੋੜਵੰਦ ਲੋਕਾਂ ਨੂੰ ਵਿਖਾਉਣਾ। ਜਿੱਥੇ ਜਿੱਥੇ ਅਸੀਂ ਖਬਰਾਂ ਨਸ਼ਰ ਕਰਦੇ ਹਾਂ ਦੇਸ਼ ਦੁਨੀਆ ਦੀਆਂ, ਉੱਥੇ ਨਾਲ ਹੀ ਵੱਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਮਜਬੂਰ ਲੋਕ ਨੇ, ਜਿਹੜੇ ਲੋੜਵੰਦ ਲੋਕ ਨੇ, ਉਹਨਾਂ ਨੂੰ ਵੀ ਵਿਖਾਇਆ ਜਾਵੇ ਅਤੇ ਦੇਸ਼ ਦੇ ਵਿੱਚ ਜਿਹੜੀ ਗਰੀਬੀ ਆ ਉਸ ਚੀਜ਼ ਨੂੰ ਵੀ ਦਿਖਾਇਆ ਜਾਵੇ ਅਤੇ ਲੋੜਵੰਦ ਜਿਹੜੇ ਸੇਵਾਦਾਰ ਸੇਵਾ ਕਰਦੇ ਨੇ, ਜਿਹੜੇ NGO ਜਿਹੜੀਆਂ ਸੇਵਾ ਕਰਦੀਆਂ ਨੇ, ਉਹ ਉਸ ਤੱਕ ਪਹੁੰਚ ਸਕਣ ਅਤੇ ਉਸ ਗਰੀਬ ਦੀ ਜਿਹੜੀ ਆ ਗਰੀਬੀ ਚੱਕੀ ਜਾਵੇ ਅਤੇ ਉਸ ਦੀ ਸੇਵਾ ਕੀਤੀ ਜਾਵੇ। ਉਸ ਦੇ ਨਾਲ ਅਸੀਂ ਅੱਜ ਪਹੁੰਚੇ ਹਾਂ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਹਰੜ ਖੁਰਦ ਵਿੱਚ, ਜਿੱਥੋਂ ਦੀ ਇੱਕ ਰਹਿਣ ਵਾਲੀ ਮਾਂ ਆਪਣੇ ਇੱਕ ਛੋਟੇ ਬੱਚੇ ਨੂੰ ਪਾਲ ਰਹੀ ਹੈ, 9 ਸਾਲ ਦੇ ਬੱਚੇ ਨੂੰ, ਅਤੇ ਕਿਸ ਹਾਲਤ ਵਿੱਚ ਰਹਿ ਰਹੀ ਹੈ ਉਹ ਤੁਹਾਨੂੰ ਸਾਰੀ ਦਿਖਾ ਰਹੇ ਹਾਂ। ਅਸੀਂ ਘਰ ਦੇ ਹਾਲਾਤ ਵਿਖਾਵਾਂਗੇ ਕਿ ਕਿੱਦਾਂ ਦੇ ਉਹਦੇ ਘਰ ਦੇ ਹਾਲਾਤ ਨੇ ਅਤੇ ਕਿੰਨੀ ਗਰੀਬੀ ਦੇ ਵਿੱਚ ਉਹ ਰਹਿ ਰਹੀ ਹੈ ਅਤੇ ਨਾਲ ਆਪਣੇ ਬੱਚੇ ਨੂੰ ਪੜ੍ਹਾ ਰਹੀ ਹੈ ਅਤੇ ਬੱਚੇ ਦਾ ਕੀ ਸ਼ੌਂਕ ਹੈ ਉਹ ਵੀ ਤੁਹਾਡੇ ਨਾਲ ਗੱਲ ਕਰਾਵਾਂਗੇ। ਸਾਡੇ ਨਾਲ ਉਹ ਭੈਣ ਜੀ ਮੌਜੂਦ ਨੇ। ਭੈਣ ਜੀ, ਕੀ ਨਾਮ ਤੁਹਾਡਾ ਜੀ? ਵੀਰ ਜੀ ਹਰਵਿੰਦਰ ਕੌਰ। ਭੈਣ ਜੀ ਹਰਵਿੰਦਰ ਕੌਰ ਜੀ, ਤੁਹਾਡੇ ਜਿਹੜੇ ਹਸਬੈਂਡ ਦੀ ਕੀ ਗੱਲ ਹੋਈ ਸੀ, ਕਦੋਂ ਡੈਥ ਹੋਈ ਸੀ? ਵੀਰ ਜੀ ਇਹ ਅਨੰਦਪੁਰ ਸਾਹਿਬ ਗਿਆ ਸੀ, ਇਹਦੀ ਲੱਤ ਕੱਟੀ ਗਈ ਤੇ ਇਹ ਨਾ ਦਵਾਈ ਦਾਰੂ ਨਹੀਂ ਜੁੜਦਾ, ਘਰ ਵਿੱਚ ਗਰੀਬੀ ਸੀ ਤੇ ਕੰਮ ਕਰਦਾ ਸੀ, ਦਵਾਈ ਆ ਜਾਂਦੀ ਸੀ, ਉਹ ਰਹਿੰਦਾ ਰਹਿ ਗਿਆ ਤੇ ਦਵਾਈ ਨਹੀਂ ਮਿਲੀ ਤੇ ਉਹਦੀ ਡੈਥ ਹੋ ਗਈ। ਫਿਰ ਕਿਹੜੇ ਸੰਨ 'ਚ ਡੈਥ ਹੋਈ? ਕਿੰਨਾ ਚਿਰ ਹੋ ਗਿਆ ਉਹਦੀ ਡੈਥ ਹੋਈ ਨੂੰ? ਹਾਂ ਵੀਰ ਜੀ 2021 ਚ ਹੋਈ ਸੀ, ਜਨਵਰੀ ਚ ਹੋਈ ਸੀ। ਹਾਂਜੀ, ਤੇ ਫਿਰ ਵਿਚਾਰਾ ਪੂਰਾ ਹੋ ਗਿਆ। ਫਿਰ ਘਰ ਦੇ ਹਾਲਾਤ ਮਾੜੇ ਹੋ ਗਏ, ਫਿਰ ਘਰ ਦੀ ਰੋਟੀ ਨਹੀਂ ਪੱਕਦੀ, ਨਾ ਬਾਥਰੂਮ ਦੇ ਬੂਹੇ ਵੀ ਨਹੀਂ ਲੱਗ ਸਕੇ, ਨਾ ਕੋਈ ਚੀਜ਼ ਨਹੀਂ ਸਾਡੇ ਘਰ ਬਣੀ। ਛੱਤਾਂ ਵੀ ਸਾਡੀਆਂ ਡਿੱਗਣ ਡੈ ਪਈਆਂ, ਚੋਵੇ ਪੈਣ ਦੇ। ਜਦੋਂ ਮੀਂਹ ਆਉਂਦਾ ਉਦੋਂ ਸਾਨੂੰ ਆਪਣੇ ਘਰ ਗਵਾਂਢੀ ਸੰਭਾਲਦੇ ਆ ਤੇ ਸਾਡਾ ਉਹ ਖਿਆਲ ਰੱਖਦੇ ਆ। ਜੇ ਗੱਲ ਕਰੀਏ ਭੈਣ ਜੀ ਰੋਟੀ ਪਾਣੀ ਦੇ ਸਾਧਨ ਦੀ ਗੱਲ ਕਰੀਏ ਤੇ ਜੇ ਕਮਾਉਣ ਵਾਸਤੇ ਸਿਰਫ ਤੁਹਾਡੇ ਹਸਬੈਂਡ ਹੀ ਕਮਾਉਂਦੇ ਕਿ ਤੁਸੀਂ ਵੀ ਕੁਝ ਕੰਮ ਕਰਦੇ? ਵੀਰ ਜੀ ਉਦੋਂ ਮੇਰਾ ਸਰੀਰ ਸਹੀ ਸੀ, ਉਹ ਵੀ ਕਰਦਾ ਸੀ, ਮੈਂ ਵੀ ਕਰ ਲੈਂਦੀ ਹਾਂ। ਜਦੋਂ ਦਾ ਪੂਰਾ ਹੋ ਗਿਆ, ਮੇਰਾ ਸਰੀਰ ਗਮ ਵਾਲਾ ਹੋ ਗਿਆ, ਮੇਰੇ ਕੋਲ ਕੰਮ ਨਹੀਂ ਹੁੰਦਾ, ਦਵਾਈ ਖਾਂਦੀ, ਯੂਰੀਆ ਵੱਧਦਾ, ਬੀਪੀ ਜ਼ਿਆਦਾ ਵੱਧਦਾ ਤੇ ਕੰਮ ਕਿਸੇ ਦਾ ਵੀ ਨਹੀਂ ਹੁਣ ਹੁੰਦਾ। ਬਸ ਤੰਗੀ ਬੜੀ ਆ, ਖਾਣ ਦੀ ਵੀ ਤੇ ਪੈਸੇ ਦੀ ਵੀ, ਘਰ ਦੀ ਵੀ। ਸਾਡਾ ਜਿਹੜੇ ਵੀਰ ਅਣਵੀਰ ਉਹ ਸਾਡੀ ਸਹਾਇਤਾ ਕਰਨ। ਠੀਕ ਹੈ ਜੀ। ਵੇਖੋ ਜੀ, ਜਿਹੜੀਆਂ NGO ਤੇ ਸਹਾਇਤਾ ਕਰਨਗੀਆਂ, ਪਰ ਹੁਣ ਹਾਲਾਤ ਕਿੱਦਾਂ ਦੇ ਨੇ? ਜੇ ਘਰ ਦੀ ਗੱਲ ਕਰੀਏ, ਛੱਤ ਵੀ ਤੁਹਾਡੀ ਡਿੱਗਦੀ ਪਈ ਆ, ਤੁਸੀਂ ਇਸ ਵਿੱਚ ਰਹਿ ਰਹੇ ਹੋ, ਤੁਹਾਨੂੰ ਡਰ ਨਹੀਂ ਲੱਗਦਾ ਕਿ ਇਹ ਡਿੱਗ ਸਕਦੀ ਹੈ ਤੁਹਾਡੇ ਉੱਪਰ? ਹਾਂਜੀ ਵੀਰ ਜੀ, ਛੱਤ ਸਾਡੀ ਡਿੱਗ ਜਾਣੀ ਹੈ
ਇਹ ਇਦਾਂ ਦੀ ਹੈ, ਜਦੋਂ ਮੀਂਹ ਆਉਂਦੇ ਸਾਰੀ ਚੋਂਦੀ ਹੈ, ਪੈਣ ਖਲੋਣ ਨੂੰ ਮਾਸਾ ਨਹੀਂ ਥਾਂ ਹੁੰਦਾ, ਨਾ ਰੋਟੀ ਪਕਾਉਣ ਜੋਗਾ ਹੁੰਦਾ। ਫਿਰ ਅਸੀਂ ਰਾਤ ਗਵਾਂਢੀਆਂ ਘਰ ਰਾਤ ਕੱਢਨੇ, ਉਹ ਸਾਡੀ ਫਿਰ ਦੇਖਭਾਲ ਕਰਦੇ, ਉਹ ਸਾਨੂੰ ਵੇਖਦੇ, ਫਿਰ ਕਹਿੰਦੇ ਤੁਸੀਂ ਸਾਡੇ ਘਰ ਰਾਤ ਕੱਢ ਲਓ। ਠੀਕ। ਤੇ ਜੇ ਹੁਣ ਗੱਲ ਕਰੀਏ ਤੇ ਹਾਲ ਦੀ ਘੜੀ ਰੋਟੀ ਪਾਣੀ ਫਿਰ ਕਿੱਦਾਂ ਚੱਲਦਾ? ਤੁਸੀਂ ਜਿੱਦਾਂ ਦੱਸ ਰਹੇ ਹੋ ਕਿ ਸਾਲ ਹੋ ਗਿਆ, ਮਤਲਬ ਦੂਜਾ ਸਾਲ ਹੁਣ ਲੱਗ ਜਾਣਾ, ਜਨਵਰੀ 'ਚ 2 ਸਾਲ ਹੋ ਜਾਣੇ, ਪਰ ਕਿੱਦਾਂ ਹੁਣ ਕਿੱਦਾਂ ਰੋਟੀ ਪਾਣੀ ਫਿਰ ਕਿੱਦਾਂ ਚੱਲਦਾ ਜੀ? ਸਾਡੇ ਏਦਾਂ ਹੀ ਕਦੀ ਪਿੰਡ ਵਾਲੇ, ਕਦੀ ਚੌਲ, ਕਦੀ ਕਣਕ, ਗਰੀਬੀ ਤਰਸੀ ਕੋਈ ਦੇ ਦਿੰਦਾ ਤੇ ਉਹਦੇ ਨਾਲ ਫਿਰ ਸਾਡਾ ਮਾੜਾ ਮੋਟਾ ਟਾਈਮ ਪਾਸ ਹੋ ਜਾਂਦਾ ਹੈ। ਜੇ ਗੱਲ ਕਰੀਏ ਘਰਾਂ ਦੇ ਬੜੇ ਖਰਚੇ ਹੁੰਦੇ ਨੇ, ਦਵਾਈ ਦਾਰੂ ਹੁੰਦੀ ਹੈ, ਜਦੋਂ ਕਿਤੇ ਬਿਮਾਰ ਹੋ ਜਾਂਦੇ ਹੋ ਫਿਰ ਦਵਾਈ ਦਾਰੂ ਦਾ ਕਿੱਦਾਂ ਕਰਦੇ ਹੋ? ਸਾਡਾ ਗੁਜਰਪੁਰੇ ਵਾਲਾ ਡਾਕਟਰ ਭੁੱਲਰ ਆ ਛਾਤੀ ਖਰਾਬ ਹੋ ਗਈ ਸੀ, ਉਹਨੇ ਡਾਕਟਰ ਨੇ ਸਾਡਾ ਫ੍ਰੀ ਇਲਾਜ ਕੀਤਾ। ਉਹ ਵਿਚਾਰਾ ਸਾਨੂੰ ਦਵਾਈ ਦਾਰੂ ਤੱਕ ਦਿੰਦਾ, ਕਦੀ ਸੂਟ ਵੀ ਲੈ ਕੇ ਦੇ ਦਿੰਦਾ, ਤੇ ਸੌਦਾ ਵੀ ਕਦੀ ਕਦੀ ਜੇ ਉਹਦੇ ਮਨ ਵਿੱਚ ਮਿਹਰ ਹੋਵੇ ਤੇ ਉਹ ਫਿਰ ਸਾਨੂੰ ਕਦੀ ਸੌਦਾ ਵੀ ਲੈ ਦਿੰਦਾ। ਨਹੀਂ, ਤੁਸੀਂ ਹਾਲਾਤ ਦੱਸ ਰਹੇ ਹੋ ਵੀ ਸੌਦਾ ਵੀ ਲੈ ਦਿੰਦੇ ਆ, ਪਰ ਬਾਕੀ ਹੋਰ ਵੀ ਇਹ ਚੀਜ਼ਾਂ ਜਿੱਦਾਂ ਵਸਤੂਆਂ ਹੁੰਦੀਆਂ ਨੇ ਘਰ 'ਚ ਜ਼ਰੂਰਤਮੰਦ ਦੀਆਂ, ਫਿਰ ਉਹ ਕਿੱਥੋਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ? ਕੋਈ ਆਇਆ ਨਹੀਂ ਜੋ ਕੋਈ ਤੁਹਾਡੇ ਤੱਕ ਪਹੁੰਚ ਕੀਤੀ ਹੋਵੇ, ਜਿੰਨੇ ਕੋਈ ਵੀ ਤੁਹਾਨੂੰ ਰਾਸ਼ਨ ਦੀ ਗੱਲ ਕੀਤੀ ਹੋਵੇ ਤੁਹਾਨੂੰ ਦੇ ਦਿਆਂਗੇ? ਨਹੀਂ ਵੀਰ ਜੀ, ਅਜੇ ਨਹੀਂ ਕੋਈ ਆਇਆ ਰਾਸ਼ਨ ਵੱਲੋਂ ਕਹਿਣ ਤੁਹਾਨੂੰ ਅਸੀਂ ਦੇਵਾਂਗੇ। ਹਾਂਜੀ। ਤੇ ਘਰ 'ਚ ਜਦੋਂ ਕੋਈ ਹੋਵੇ ਤੇ ਫੇਰ ਹੀ ਵੱਡਾ ਸਹੁਰਾ ਵੀ ਉਹ ਵੀ ਪੂਰਾ ਹੋ ਗਿਆ ਸੀ, ਇਹ ਵੀ ਪੂਰੇ ਹੋ ਗਏ, ਤੇ ਕੋਈ ਸਹਾਰਾ ਹੀ ਨਹੀਂ ਹੈਗਾ। ਵੀ ਜੋਤ ਵੀ ਅਜੇ ਛੋਟਾ, ਇਹ ਵੀ ਰੋ ਕੇ ਪੈਸਾ ਮੰਗਦਾ, ਤੇ ਇਹਨੇ ਫਿਰ ਮਾਂ ਵਿਚਾਰੀ ਕਿੱਥੇ ਲਿਆ, ਮਾਂ ਤੇ ਆਪ ਸਰੀਰ ਤਿਖਿਆਰਾ ਹੋ ਗਿਆ ਹੈ ਇਹਨਾਂ ਦੇ, ਫਿਕਰ ਕਰ ਕਰਕੇ ਹੀ BP ਵੱਧ ਜਾਂਦਾ, ਨਾਲ ਬੁਖਾਰ ਹੋ ਜਾਂਦਾ। ਫਿਰ ਡਾਕਟਰ ਭੁੱਲਰ ਸਾਨੂੰ ਦਵਾਈ ਦੂਈ ਦੇ ਜੇ ਦਿੰਦੇ। ਗੱਲ ਕਰੀਏ ਬੱਚੇ ਦੀ, ਤੇ ਬੱਚਾ ਤੁਹਾਡਾ 9 ਸਾਲ ਦਾ ਤਕਰੀਬਨ ਹੋ ਚੁੱਕਾ ਹੈ, ਇਹ ਪੜ੍ਹਨਾ ਚਾਹੁੰਦਾ ਆ, ਪੜ੍ਹਨ ਵਾਸਤੇ ਨਹੀਂ ਕਦੀ ਕਿਹਾ ਕਿ ਕਿਤੇ ਚੰਗੇ ਸਕੂਲ 'ਚ ਪਾ ਦਈਏ? ਕਦੀ ਸੋਚ ਤੁਹਾਡੇ ਮਨ 'ਚ ਨਹੀਂ ਕਦੀ ਆਇਆ ਵਿਚਾਰ ਵੀ ਇਹਨੂੰ ਚੰਗੇ ਸਕੂਲ 'ਚ ਪੜਾਵਾਂ? ਹਾਂਜੀ ਵੀਰ ਜੀ, ਇਹਦਾ ਪਾਪਾ ਕਹਿੰਦਾ ਸੀ ਇਹਨੂੰ ਵਧੀਆ ਸਕੂਲ ਪਾਓ, ਤੇ ਕਿਤੇ ਪੜ੍ਹ ਲਿਖ ਜਾਊ, ਤੇਰੀ ਜ਼ਿੰਦਗੀ ਵਧੀਆ ਬਣਾ ਦੂਗਾ ਜੇ ਕਿਤੇ ਪੜ੍ਹ ਜੂ ਤੇ ਮੈਂ ਕਿਹਾ ਸਾਡੇ ਕੋਲ ਗਰੀਬਾਂ ਕੋ ਭਰਾ ਰੋਟੀ ਨਹੀਂ ਪੂਰੀ ਹੁੰਦੀ, ਸਕੂਲਾਂ ਦੇ ਖਰਚੇ ਬੜੇ, ਤਾਂ ਅਸੀਂ ਫਿਰ ਸਕੂਲਾਂ ਦੇ ਖਰਚੇ ਕਿੱਥੋਂ ਦੇਣੇ, ਤਾਂ ਅਸੀਂ ਫਿਰ ਇਹਨੂੰ ਸਰਕਾਰੀ ਸਕੂਲ ਹੀ ਪਾਇਆ ਸੀ ਇੱਥੇ। ਕੀ ਸੁਪਨਾ ਸੀ ਜਰਾ ਦਰਸ਼ਕਾਂ ਨੂੰ ਦੱਸੋਗੇ ਖੁੱਲ੍ਹ ਕੇ? ਤੁਹਾਡੇ ਹਸਬੰਡ ਨੂੰ ਕੀ ਬਣਾਉਣਾ ਚਾਹੁੰਦੇ ਸੀ ਬੱਚੇ ਨੂੰ? ਇਹ ਕਹਿੰਦਾ ਸੀ ਮੈਂ ਪੁਲਿਸ ਵਾਲਾ ਬਣੂੰਗਾ ਤੇ ਜਿਹੜੇ ਗਰੀਬ ਲੋਕ ਇਹਨਾਂ ਦੀ ਸਹਾਇਤਾ ਕਰੂੰਗਾ। ਹਾਂਜੀ। ਕੀ ਮੰਗ ਕਰਦੇ ਹੋ? ਜਿਹੜੀਆਂ ਸੰਗਤਾਂ ਸੇਵਾ ਕਰਦੀਆਂ ਨੇ ਉਹਨਾਂ ਕੋਲ ਕੀ ਮੰਗ ਕਰਦੇ ਹੋ? ਜਿੱਥੇ ਘਰ ਦੇ ਹਾਲਾਤ ਮਾੜੇ ਨੇ ਉੱਥੇ ਸਾਡੇ ਸਾਰੇ ਵੀਰ ਭਰਾ, ਸਾਡਾ ਬਸ ਭੈਣ ਗਰੀਬਣੀ ਦਾ ਘਰ ਬਾਹਰ ਬਣਾ ਦੋ, ਤੇ ਮੇਰੀ ਇਹ ਅਰਦਾਸ ਉਹਨਾਂ ਗਾੜੀ, ਤੇ ਕਿਤੇ ਬੱਚਾ ਪੜ੍ਹ ਲਿਖ ਜਾਊਗਾ ਤੇ ਅਸੀਂ ਤੁਹਾਡਾ ਸਾਥ ਦੇਵਾਂਗੇ। ਆਖਾਂਗਾ ਸਾਡੀ ਕਿਸੇ ਭੈਣ ਭਰਾ ਨੇ ਬਾਂਹ ਫੜੀ ਸੀ, ਤੇ ਸੋਹਣੇ ਸਕੂਲੇ ਜਾਵੇ, ਸੋਹਣਾ ਵਧੀਆ ਪੜ੍ਹੇ, ਤੇ ਸੋਹਣਾ ਸਾਡਾ ਕਿਤੇ ਸੱਤ ਪੈ ਜੇ, ਗਰੀਬਣੀ ਵਿਚਾਰੀ ਦੀ ਜਿਹੜਾ ਚੋਆ ਪੈਂਦਾ ਭੈਣ ਦੇ ਸਿਰ 'ਚ ਚੜ੍ਹ ਕੇ, ਤੇ ਬਾਬੇ ਦੀ ਕਿਰਪਾ ਨਾਲ ਲੈਂਟਰ ਪੈ ਜੇ। ਤੁਸੀਂ ਵੇਖ ਰਹੇ ਹੋ ਕਿ ਉਹਨਾਂ ਦੀ ਡਿਮਾਂਡ ਹੈ ਕਿ ਕਿਤੇ ਰੱਬ ਪਰਮਾਤਮਾ ਕਰੇ ਤੇ ਘਰ ਸਾਡੇ ਵੀ ਕਿਤੇ ਲੈਂਟਰ ਪੈ ਜਾਏ ਅਤੇ ਇਸ ਚੋਣ ਤੋਂ ਬਚ ਜਾਏ, ਸਾਡਾ ਬੱਚਾ ਪੜ੍ਹ ਸਕੇ। ਸਾਡੇ ਨਾਲ ਬੱਚਾ ਵੀ ਨਾਲ ਮੌਜੂਦ ਹੈ। ਬੇਟਾ ਅੱਗੇ ਆਓ। ਕੀ ਨਾਮ ਹੈ ਬੇਟਾ ਤੁਹਾਡਾ? ਅਭਿਜੋਤ ਸਿੰਘ। ਅਭਿਜੋਤ ਸਿੰਘ। ਅੱਛਾ ਅਭਿਜੋਤ ਸਿੰਘ, ਕੀ ਪੜ੍ਹਨਾ ਚਾਹੁੰਦੇ ਹੋ ਤੁਸੀਂ? ਹਾਂਜੀ। ਅੱਛਾ, ਕਿੱਥੇ ਪੜ੍ਹਦੇ ਹੋ ਹੁਣ ਇਸ ਵੇਲੇ? ਕਿੱਥੇ ਪੜ੍ਹਦੇ ਹੋ ਤੁਸੀਂ? ਟਿਊਸ਼ਨ ਤੇ। ਅੱਛਾ, ਟਿਊਸ਼ਨ ਤੇ ਜਾਂਦੇ ਹੋ। ਹਾਂਜੀ। ਅੱਛਾ, ਕੀ ਬਣਨਾ ਚਾਹੁੰਦੇ ਹੋ ਤੁਸੀਂ? ਕੀ ਮਨ 'ਚ ਸੁਪਨਾ ਹੈ? ਪੜ੍ਹ ਕੇ ਕੀ ਬਣਨਾ ਚਾਹੁੰਦੇ ਹੋ? ਪੜ੍ਹ ਕੇ ਪੁਲਿਸ ਵਾਲਾ ਬਣਨਾ ਚਾਹੁੰਦਾ। ਅੱਛਾ, ਕੀ ਕਰੋਗੇ ਪੁਲਿਸ ਵਾਲੇ ਬਣ ਕੇ? ਦੁਨੀਆ ਦੀ ਸੇਵਾ ਕਰੂੰ। ਅੱਛਾ, ਸੇਵਾ ਕਰੋਗੇ। ਹਾਂਜੀ। ਠੀਕ ਹੈ। ਤੇ ਪਾਪਾ ਕੀ ਕਹਿੰਦੇ ਹੁੰਦੇ ਸੀ? ਕੁਝ ਕਹਿੰਦੇ ਸੀ ਪਾਪਾ ਜਦੋਂ ਜਦੋਂ ਪਾਪਾ ਗਏ ਆ ਇੱਥੋਂ, ਕੁਝ ਕਹਿੰਦੇ ਸੀ ਤੈਨੂੰ ਵੀ ਤੈਨੂੰ ਅਫਸਰ ਬਣਾਉਣਾ? ਹਾਂਜੀ। ਕੀ ਕਹਿੰਦੇ ਸੀ? ਅੰਤੇ ਤੂੰ ਪੜ੍ਹ ਲਿਖ ਕੇ ਅਫਸਰ ਬਣੀ ਵੱਡਾ, ਅੱਛਾ, ਤੇ ਦੁਨੀਆ ਦੀ ਮਦਦ ਕਰੀ। ਠੀਕ ਆ। ਤੁਸੀਂ ਵੇਖ ਰਹੇ ਹੋ ਕਿ ਬੱਚੇ ਦੇ ਜਜ਼ਬਾਤ ਜਿਹੜੇ ਨੇ, ਬੱਚਾ ਕਹਿੰਦਾ ਕਿ ਮੈਂ ਪੜ੍ਹ ਲਿਖ ਕੇ ਇੱਕ ਅਫਸਰ ਬਣਾਂਗਾ ਤੇ ਲੋਕਾਂ ਦੀ ਮਨੁੱਖਤਾ ਦੀ ਸੇਵਾ ਕਰਾਂਗਾ। ਜਿੱਥੇ ਤੁਸੀਂ ਵੇਖ ਰਹੇ ਹੋ ਕਿ ਵੱਡੀ ਗੱਲ ਇਹ ਹੁੰਦੀ ਹੈ ਕਿ ਗਰੀਬੀ ਜਿਹੜੀ ਹੈ, ਕਿ ਕਹਿੰਦੇ ਕਿ ਸਭ ਤੋਂ ਵੱਡੀ ਜਿਹੜੀ ਚੀਜ਼ ਹੁੰਦੀ ਹੈ, ਕਿ ਸਭ ਤੋਂ ਇੱਕ ਨਾਮੁਰਾਦ ਕਹਿ ਦਈਏ ਕਿ ਉਹ ਵੀ ਚੀਜ਼ ਹੁੰਦੀ ਹੈ ਗਰੀਬੀ, ਕਿ ਗਰੀਬੀ ਦੇ ਵਿੱਚ ਰਹਿਣਾ ਬੰਦੇ ਨੂੰ ਬੜਾ ਔਖਾ ਹੁੰਦਾ ਹੈ, ਕਠਿਨ ਹੁੰਦਾ, ਫਿਰ ਇੱਕ ਇਹ ਛੋਟੇ ਬੱਚੇ ਦੇ ਨਾਲ। ਤੇ ਜੇ ਹਾਲਾਤਾਂ ਦੀ ਗੱਲ ਕਰੀਏ ਤੇ ਹਾਲਾਤ ਤੁਹਾਨੂੰ ਅਸੀਂ ਦਿਖਾਵਾਂਗੇ, ਸਾਰੇ ਦਿਖਾ ਰਹੇ ਹਾਂ ਕਿ ਘਰ ਦੇ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਨੇ। ਜਿਸ ਵੇਲੇ ਕਿਸੇ ਵੇਲੇ ਵੀ ਜਿਹੜੀ ਛੱਤ ਆ ਉਹ ਡਿੱਗ ਸਕਦੀ ਆ, ਅਤੇ ਇਹ ਕੁਝ ਵੀ ਹਾਦਸਾ ਇੱਥੇ ਵਾਪਰ ਸਕਦਾ। ਪਰ ਜਿਹੜੀ ਭੈਣ ਬਹੁਤ ਦਲੇਰ ਆ, ਜਿਹੜੀ ਕਿ ਇਸ ਜਗ੍ਹਾ ਦੇ ਉੱਤੇ ਬੈਠੀ ਹੋਈ ਆ। ਭੈਣ ਜੀ, ਕਦੀ ਆਪਾਂ ਨੂੰ ਇਹ ਚੀਜ਼ ਦਾ ਮਤਲਬ ਐਡਾ ਤੁਹਾਡੀ ਛੱਤ ਦੇਖ ਰਹੇ ਆ, ਕਿੰਨੀ ਮਤਲਬ ਡਿੱਗ ਸਕਦੀ ਹੈ ਕਿਸੇ ਵੇਲੇ ਵੀ, ਬਾਲੇ ਵੀ ਸਾਰੇ ਟੁੱਟੇ ਹੋਏ ਆ,
ਤੁਹਾਨੂੰ ਡਰ ਨਹੀਂ ਲੱਗਦਾ? ਤੁਸੀਂ ਇੱਥੇ ਰਹਿ ਰਹੇ ਹੋ, ਕਦੀ ਤੁਸੀਂ ਇਸ ਤੋਂ ਬਚਾਅ ਰੱਖੋ ਆਪਣਾ। ਅਸੀਂ ਬਾਬੇ ਗੁਰੂ ਰਾਮਦਾਸ ਦਾ ਸਿਮਰਨਾਮਾ ਕਰਨੇ ਤੇ ਬਾਬਾ ਸੱਤ ਨੂੰ ਹੱਥ ਦੇ ਕੇ ਰੱਖਦਾ। ਇੰਨਾ ਮੀਂਹ ਵੜਿਆ, ਸੱਤ ਚੋਈ ਤੇ ਪਰ ਗਿਰੀ ਨਹੀਂ ਡਿੱਗਦੀ। ਅਸੀਂ ਆਖਿਆ ਮਹਾਰਾਜ ਬਾਬਾ ਸਾਡੀ ਸੱਤ ਉਦੋਂ ਡਿੱਗੇ ਜਦੋਂ ਸਾਡਾ ਘਰ ਬਾਹਰ ਬਣ ਜੇ, ਕੋਈ ਵੀਰ ਸਾਡੀ ਸਹਾਇਤਾ ਕਰੇ ਬਾਬਾ, ਉਦੋਂ ਡਿੱਗੀ ਅਸੀਂ ਫਿਰ ਕਿੱਥੇ ਬਵਾਂਗੇ, ਕਿੱਥੇ ਖਲੋਵਾਂਗੇ। ਜੇ ਬਿਜਲੀ ਦੇ ਬਿੱਲ ਦੀ ਗੱਲ ਕਰੀਏ ਤੇ ਮੈਨੂੰ ਪਤਾ ਲੱਗਾ ਵੀ ਤੁਹਾਡਾ ਬਿੱਲ ਵੀ ਪੈਂਡਿੰਗ ਹੈ। ਕਿੰਨਾ ਕੁ ਬਿੱਲ ਤੁਹਾਡਾ ਪੈਂਡਿੰਗ ਹੈ? ਵੀਰ ਜੀ ਬਿੱਲ 30,000 ਹੈਗਾ ਸੀ। ਉਦੋਂ ਆਦਾ ਪਾਪਾ ਬਿਮਾਰ ਹੋ ਗਏ, ਫਿਰ ਬੱਤੀ ਨਹੀਂ ਤਰਦਾ, ਫਿਰ ਉਹ ਜ਼ਿਆਦਾ ਹੋ ਗਿਆ ਇਕੱਠਾ। ਨਹੀਂ ਹੁਣ 30,000 ਦਾ ਤੁਹਾਡਾ ਬਿੱਲ ਬੰਦ ਹੈਗਾ ਵਾ, ਤੇ ਬਿੱਲ ਤੁਹਾਡਾ ਬੱਤੀ ਆਉਂਦੀ ਹੈ ਕਿ ਬੰਦ ਕਰ ਦਿੱਤੀ ਗਈ, ਕੱਢ ਦਿੱਤਾ ਗਿਆ ਮੀਟਰ, ਕਿ ਬੱਤੀ ਚੱਲਦੀ ਹੈ? ਹਾਂਜੀ ਆਉਂਦੀ ਆ। ਅੱਛਾ, ਬੱਤੀ ਆਉਂਦੀ ਹੈ ਤੁਹਾਡੀ। ਹਾਂਜੀ। ਅੱਛਾ, ਤੇ ਮੀਟਰ ਦਾ ਜਿਹੜਾ ਬਿੱਲ ਤੁਹਾਡਾ ਪੈਂਡਿੰਗ ਹੈ 30,000 ਰੁਪਏ ਦਾ, ਪਰ ਸਰਕਾਰ ਵੱਲੋਂ ਚਲੋ ਹੁਣ ਨਵੀਂ ਜਿਹੜੀ ਚੰਨੀ ਸਰਕਾਰ ਬਣੀ ਹੈ, ਕਿਉਂਕਿ ਕਾਂਗਰਸ ਸਰਕਾਰ ਹੈ, ਉਹਦੇ ਵਿੱਚ ਜਿਹੜੇ ਨਵੇਂ ਬਣੇ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ, ਉਹਨਾਂ ਵੱਲੋਂ ਜਿਹੜਾ 2 ਕਿਲੋਵਾਟ ਦਾ ਜਿਹੜਾ ਟੋਟਲ ਜਿਹੜੇ ਆ ਬਕਾਏ ਜਿਹੜੇ ਆ ਉਹ ਮਾਫ ਕਰ ਦੇਣੇ ਆ, ਉਹਦੀ ਵੀ ਤੁਹਾਨੂੰ ਰਾਹਤ ਮਿਲ ਜਾਣੀ ਆ, ਕਿਉਂਕਿ ਜਿੱਥੇ NGO ਦਾ ਸਤਿਕਾਰ ਹੋਣਾ ਹੈ, ਉਹਨਾਂ ਨੇ ਤੁਹਾਡਾ ਆਣ ਕੇ ਸਹਿਯੋਗ, ਤੁਹਾਡੀਆਂ ਬਾਂਹ ਫੜਨੀ ਆ, ਉੱਥੇ ਸਰਕਾਰ ਵੱਲੋਂ ਵੀ ਤੁਹਾਨੂੰ ਇੱਕ ਬੈਨੀਫਿਟ ਮਿਲ ਜਾਣਾ, ਤੇ ਉਸ ਨਾਲ ਤੁਹਾਡਾ ਜਿਹੜਾ ਬਿੱਲ ਵੀ ਲੈਸ ਹੋ ਜਾਣਾ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ NGO ਨੇ ਉਹ ਵੀ ਤੁਹਾਡੇ ਨਾਲ ਵੱਧ ਤੋਂ ਵੱਧ ਸੰਪਰਕ ਕਰਨਗੀਆਂ। ਅਸੀਂ ਵੀ ਆਪਣੇ ਪ੍ਰਾਈਮੋ ਦੇ ਰਾਹੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਉਹ ਇਹ ਗਰੀਬ ਪਰਿਵਾਰ ਦੀ ਆਣ ਕੇ ਬਾਂਹ ਫੜਨ, ਅਤੇ ਇਸ ਪਰਿਵਾਰ ਦਾ ਜਿਹੜਾ ਵਾ ਸਾਰਾ ਘਰ ਟੁੱਟਾ ਆ, ਉਸ ਨੂੰ ਘਰ ਨੂੰ ਬਣਾਉਣ। ਕਿਉਂਕਿ ਅਸੀਂ ਦੇਖਦੇ ਹਾਂ ਕਿ ਹਰ ਵੇਲੇ ਜਦੋਂ ਕੋਈ NGO ਕੰਮ ਕਰਦੀ ਹੈ ਤੇ ਉਹਦੇ ਵਿੱਚ ਵਿਰੋਧੀ ਧਿਰ ਖੜੀਆਂ ਹੋ ਜਾਂਦੀਆਂ ਨੇ ਕਿ NGO ਜਿਹੜੀ ਆ ਫਰਾਡ ਕਰਦੀ ਆ, NGO ਪੈਸੇ ਖਾਂਦੀ ਆ। ਪਰ ਅਸੀਂ ਆਪਣੇ ਪ੍ਰਾਈਮੋ ਦੇ ਤੋਂ ਇਹ ਅਪੀਲ ਕਰਾਂਗੇ, ਹਰ ਇੱਕ NGO ਨੂੰ ਕਰਾਂਗੇ ਕਿ ਹਰ ਇੱਕ ਨੂੰ, ਕਿ ਜੋ ਵੀ ਵੀਰ ਭਰਾ ਇਸ ਪਰਿਵਾਰ ਦੀ ਮਦਦ ਕਰਨੀ ਚਾਹੁੰਦਾ ਆ, ਉਹ ਆਪ ਇਸ ਥਾਂ ਤੇ ਆਣ ਕੇ ਪਹੁੰਚੇ, ਇਸ ਘਰ ਵਿੱਚ ਆਣ ਕੇ ਪਹੁੰਚੇ, ਇਸ ਪਰਿਵਾਰ ਨੂੰ, ਇਸ ਭੈਣ ਨੂੰ, ਇਸ ਬੱਚੇ ਨੂੰ ਮਿਲੇ ਤੇ ਇਹਦੀ ਸੇਵਾ ਕਰੇ। ਕਿਉਂਕਿ ਜੇ ਅਸੀਂ ਗੱਲ ਕਰੀਏ ਤੇ ਇਹਨਾਂ ਦਾ ਜੇ ਕੋਈ ਵੀਰ ਭਰਾ ਸੇਵਾ ਕਰਨੀ ਚਾਹੁੰਦੇ ਨੇ ਤਾਂ ਇਹਨਾਂ ਦਾ ਅਕਾਊਂਟ ਨੰਬਰ ਵੀ ਸਾਡੇ ਕੋਲ ਮੌਜੂਦ ਆ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਵਿਖਾ ਦੇਣ ਜਰਾ ਡਿਟੇਲ 'ਚ। ਇਹਨਾਂ ਦੀ ਸਾਡੇ ਕੋਲ ਕਾਪੀ ਬੈਂਕ ਦੀ ਸਾਡੇ ਕੋਲ ਮੌਜੂਦ ਆ, ਉਹਦੇ ਵਿੱਚ ਇਹਨਾਂ ਨੇ ਆਪਣਾ ਅਕਾਊਂਟ ਨੰਬਰ ਦਿੱਤਾ ਹੈ। ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਕਿਸੇ ਵੀ ਤਰ੍ਹਾਂ ਨਾਲ ਕੋਈ ਵੀ ਜਿਹੜਾ ਦਾਨੀ ਸੱਜਣ ਆ ਉਹ ਖਰਾਬ ਹੋਵੇ, ਅਤੇ ਜਿਹੜੀ ਸੇਵਾ ਕਰਨੀ ਚਾਹੁੰਦਾ ਆ ਉਹ ਕਿਸੇ ਗਲਤ ਤਰੀਕੇ ਨਾਲ, ਕਿਸੇ ਗਲਤ ਬੰਦੇ ਦੇ ਹੱਥ ਲੱਗੇ। ਜੋ ਵੀ ਕੋਈ ਸੇਵਾ ਕਰਨੀ ਚਾਹੁੰਦਾ ਹੈ ਉਹ ਇਸ ਪਰਿਵਾਰ ਨਾਲ ਇਸ ਅਕਾਊਂਟ ਵਿੱਚ ਕਰੇ। ਜੇ ਮਿਲਣਾ ਚਾਹੁੰਦਾ ਹੈ ਤਾਂ ਉਸ ਸਰਦੀ ਤਹਿਸੀਲ ਇਨਾਲਾ ਦੇ ਵਿੱਚ ਆਣ ਕੇ ਇਸ ਪਰਿਵਾਰ ਨਾਲ ਡਾਇਰੈਕਟ ਮਿਲ ਕੇ, ਇਹਨਾਂ ਦੇ ਘਰ ਵਿੱਚ ਆਣ ਕੇ ਇਹਨਾਂ ਦੀ ਸੇਵਾ ਕਰੇ ਅਤੇ ਇਸ ਪਰਿਵਾਰ ਦੀ ਬਾਂਹ ਫੜੇ। ਕਿਉਂਕਿ ਜਿਹੜਾ ਜਿੱਥੇ ਮਨੁੱਖਤਾ ਦਾ ਭਲਾ ਹੋਣਾ ਹੈ, ਉੱਥੇ ਇਸ ਪਰਿਵਾਰ ਦਾ ਵੀ ਭਲਾ ਹੋ ਜਾਏ ਅਤੇ ਇਸ ਪਰਿਵਾਰ ਦੀਆਂ ਅਸੀਸਾਂ ਜਿਹੜੀਆਂ ਨੇ ਉਸ NGO ਨੂੰ ਲੱਗ ਸਕਣ। ਸਾਡੇ ਨਾਲ ਇੱਥੇ ਕੁਝ ਨੇਬਰ ਵੀ ਹੈਗੇ ਨੇ ਜਿਹੜੇ ਕਿ ਲਗਾਤਾਰ ਇਹਨਾਂ ਦੀ ਸੇਵਾ ਸੰਭਾਲ ਕਰਦੇ ਆ ਰਹੇ ਨੇ। ਲਗਾਤਾਰ ਇਹਨਾਂ ਵੱਲੋਂ ਬਾਰ-ਬਾਰ ਕਹਿ ਰਹੇ ਜੀ ਸਾਡੇ ਜਿਹੜੇ ਨੇਬਰ ਨੇ ਉਹ ਸਾਨੂੰ ਦੁੱਖ ਸੁੱਖ ਵਿੱਚ ਸਾਡੇ ਸਹਾਈ ਹੁੰਦੇ ਨੇ। ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ। ਨਾਲ ਜਿਹੜੇ ਗਵਾਂਢੀ ਨੇ, ਨੇਬਰ ਨੇ, ਉਹ ਮੌਜੂਦ ਨੇ। ਸਵਿੰਦਰ ਕੌਰ ਜੀ ਦਾ ਪਰਿਵਾਰ, ਜਿਨ੍ਹਾਂ ਦਾ ਕਿ ਬੜਾ ਇਹਨਾਂ ਦੇ ਪਰਿਵਾਰ ਵਿੱਚ ਸਹਾਈ ਆ, ਜਿਹੜਾ ਕਿ ਇਹਨਾਂ ਦਾ ਸਹਿਯੋਗੀ ਬਣਦਾ ਆ ਹਰ ਵੇਲੇ, ਉਹ ਵੀ ਸਾਡੇ ਨਾਲ ਨੇ। ਵੀ ਜੀ ਕੀ ਕਹਿਣਾ ਚਾਹੁੰਦੇ ਹੋ? ਇਹਨਾਂ ਦਾ ਬੜਾ ਗਰੀਬੀ ਪਰਿਵਾਰ ਹੈ, ਕਿਉਂਕਿ ਦੱਸ ਰਹੇ ਨੇ ਕਿ ਜਦੋਂ ਵੀ ਕਿਤੇ ਔਖੀ ਵੇਲੇ ਹੁੰਦੀ ਆ ਤੇ ਤੁਸੀਂ ਇਹਨਾਂ ਦੀ ਬਾਂਹ ਫੜਦੇ ਹੋ। ਔਖੀ ਵੇਲੇ ਵੀ ਚਲੋ ਜਿੰਨਾ ਚਿਰ ਉਹ ਜਿਉਂਦਾ ਰਿਹਾ ਉਹ ਫੜਦਾ ਰਿਹਾ। ਬਾਅਦ ਵਿੱਚ ਸਾਡਾ ਤਾਂ ਆਪਣਾ ਬੱਚਾ ਨਹੀਂ ਗਾ ਠੀਕ ਆ, ਅਸੀਂ ਤਾਂ ਆਪ ਲਈ ਫਿਰਨੇ ਉਸ ਬੱਚੇ ਨੂੰ। ਹੁਣ ਇਹਨਾਂ ਦੀ ਬਾਂਹ ਕੀ ਵਿਚਾਰੇ ਫੜਨੀ, ਹੁਣ ਇਹਨਾਂ ਦੀ ਬਾਂਹ ਤੁਸੀਂ ਫੜੋ ਤੇ ਅਸੀਂ ਤੁਹਾਡਾ ਧੰਨਵਾਦ ਕਰੀਏ। ਇਹਦਾ ਵਿਚਾਰੀ ਦਾ ਛੇਤੀ ਤੋਂ ਛੇਤੀ ਇਹਦਾ ਘਰ ਬਣਾਓ। ਜੇ ਗੱਲ ਕਰੀਏ ਤੇ ਪਿਛਲੇ ਸਮੇਂ 'ਚ ਕਿੱਦਾਂ ਦੇ ਹਾਲਾਤ ਸੀ ਇਹਨਾਂ ਦੇ ਜਿਹੜੇ ਹੁਣ ਬੜੇ ਮਾੜੇ? ਉਹ ਨਾਲੋਂ ਨਾਲ ਲਈ ਆਉਂਦਾ ਸੀ, ਆਪਣਾ ਘਰ ਬਾਹਰ ਉਹਨੇ ਤੋਰਿਆ ਸੀ, ਐਡੇ ਮਾੜੇ ਵੀ ਨਹੀਂ ਸੀ। ਤੇ ਹੁਣ ਫਿਰ ਬਾਹਰੋਂ ਜੇ ਬੰਦਾ ਕਮਾਈ ਨਾ ਲਿਆਏ ਤੇ ਜਨਾਨੀ ਨੇ ਘਰ ਕੀ ਕਰ ਲੈਣਾ? ਬੱਚਾ ਛੋਟਾ ਆ, ਜਨਾਨੀ ਕਿੱਥੋਂ ਲਿਆਵੇ? ਕਿੰਨੀ ਕੁ ਮੁਸ਼ਕਲ ਹੁੰਦੀ ਹੈ ਇਸ ਪਰਿਵਾਰ ਨੂੰ, ਤੁਸੀਂ ਲਾਗੇ ਵੇਖਦੇ ਹੋ? ਮੁਸ਼ਕਲ ਬੜੀ ਆ, ਮੁਸ਼ਕਲ ਤੇ ਫਿਰ ਆਪਾਂ ਨਹੀਂ, ਕਈ ਗੱਲਾਂ ਨਹੀਂ ਵੀ ਦੱਸੀਆਂ ਜਾਂਦੀਆਂ, ਮੁਸ਼ਕਲ ਬਹੁਤ ਜ਼ਿਆਦਾ। ਜੇ ਵੀ ਗੱਲ ਕਰੀਏ ਛੱਤਾਂ ਦੀ, ਤੇ ਛੱਤ ਕਿਸੇ ਵੇਲੇ ਵੀ ਡਿੱਗ ਸਕਦੀ ਆ, ਕਿਉਂਕਿ ਬਾਰਿਸ਼ ਜਿਹੜੀ ਹੋ ਸਕਦੀ ਆ ਤੇ ਛੱਤਾਂ ਦੇ ਵਿੱਚ ਥੰਮੀਆਂ ਦਿੱਤੀਆਂ ਹੋਈਆਂ। ਛੱਤਾਂ ਹੀ ਡਿੱਗਣ ਡਈਆਂ ਤੇ ਅਸੀਂ ਤੁਹਾਡੇ ਤਰਲੇ ਮਾਰਨੇ ਆ, ਛੱਤਾਂ ਹੀ ਡਿੱਗਣ ਡੀਆਂ ਨੇ, ਤਰਲੇ ਮਾਰਨੇ ਆ। ਛੱਤ ਨਾ ਡਿੱਗਦੀ ਤੇਰੇ ਨਾ ਹੀ ਮਾਰਦੇ। ਅਸੀਂ ਇਹੋ ਨੇ ਦਾ ਛੇਤੀ ਤੋਂ ਛੇਤੀ ਇਹਦਾ ਘਰ ਬਣਾਓ, ਘਰ ਦੀ ਬਹੁਤ ਜ਼ਰੂਰਤ ਆ। ਤੁਸੀਂ ਵੇਖ ਰਹੇ ਹੋ ਕਿ ਜਿਹੜੇ ਨੇਬਰ ਨੇ ਉਹਨਾਂ ਵੱਲੋਂ ਵੀ ਇਹੀ ਮੰਗ ਕੀਤੀ ਜਾ ਰਹੀ ਆ ਕਿ ਛੇਤੀ ਤੋਂ ਛੇਤੀ ਇਹਨਾਂ ਦੀ ਜਿਹੜੀ ਸੇਵਾ ਲਈ ਜਾਵੇ ਅਤੇ ਇਸ ਘਰ ਨੂੰ ਬਣਾਇਆ ਜਾਵੇ। ਅਤੇ ਅਸੀਂ ਫਿਰ ਆਪਣੇ ਪ੍ਰਾਈਮ ਉਹਦੇ ਤੋਂ ਅਪੀਲ ਕਰਦੇ ਹਾਂ ਅਤੇ ਉਹਨਾਂ ਦਾਨੀ ਸੱਜਣਾ ਗਾੜੀ, ਉਹਨਾਂ NGO ਗਾੜੀ ਅਪੀਲ ਕਰਦੇ ਹਾਂ ਕਿ ਅੱਗੇ ਆਣ ਕੇ ਜਿੱਥੇ ਤੁਸੀਂ ਇੰਨੀਆਂ ਵੱਡੀਆਂ ਸੇਵਾਵਾਂ ਕਰ ਰਹੇ ਹੋ, ਵੱਡੇ ਵੱਡੇ ਘਰ ਲੋਕਾਂ ਨੂੰ ਬਣਾ ਕੇ ਦੇ ਰਹੇ ਹੋ, ਉੱਥੇ ਇਸ ਗਰੀਬ ਦੀ ਵੀ ਬਾਂਹ ਫੜੀ ਜਾਵੇ ਅਤੇ ਇਸ ਪਰਿਵਾਰ ਨੂੰ ਵੀ ਜਿਹੜਾ ਘਰ ਬਣਾ ਕੇ ਦਿੱਤਾ ਜਾਵੇ ਅਤੇ ਇਸ
ਬੱਚਾ ਜੋ ਕਿ ਬਾਰ-ਬਾਰ ਇੱਕ ਡਿਮਾਂਡ ਕਰ ਰਿਹਾ ਕਿ ਮੇਰਾ ਸੁਪਨਾ ਆ ਮੈਂ ਪੜ੍ਹ ਲਿਖ ਕੇ ਚੰਗੇ ਸਕੂਲ ਵਿੱਚ ਪੜ੍ਹ ਲਿਖ ਕੇ ਇੱਕ ਅਫਸਰ ਬਣਾਂਗਾ ਅਤੇ ਲੋਕਾਂ ਦੀ ਸੇਵਾ ਕਰਾਂਗਾ, ਅਤੇ ਇਹੋ ਜਿਹੇ ਬੱਚਿਆਂ ਨੂੰ ਪ੍ਰਮੋਟ ਕੀਤਾ ਜਾਵੇ ਅਤੇ ਇਸ ਬੱਚੇ ਦੀ ਜਿਹੜੀ ਆ ਬਾਂਹ ਫੜੀ ਜਾਵੇ ਕਿ ਇਸ ਬੱਚਾ ਵੀ ਪੜ੍ਹ ਸਕੇ ਅਤੇ ਅਫਸਰ ਬਣ ਸਕੇ ਅਤੇ ਇਹ ਵੀ ਜਿਹੜਾ ਮਨੁੱਖਤਾ ਦੀ ਸੇਵਾ ਕਰ ਸਕੇ। ਬਾਕੀ ਆਉਣ ਵਾਲੇ ਸਮੇਂ 'ਚ ਵੇਖਣਾ ਹੋਏਗਾ ਕਿ NGO ਜਿਹੜੀਆਂ ਨੇ ਕਿੰਨੀ ਕੁ ਜਲਦੀ ਆਣ ਕੇ ਇਸ ਪਰਿਵਾਰ ਦੀ ਬਾਂਹ ਫੜਦੀਆਂ ਨੇ ਅਤੇ ਇਸ ਪਰਿਵਾਰ ਨੂੰ ਜਿਹੜੀ ਬਣਦੀ ਹੋਈ ਸੇਵਾ ਵਾ ਮੁਹੱਈਆ ਕਰਦੀਆਂ ਨੇ। ਬਾਕੀ ਤੁਸੀਂ ਜੁੜੇ ਰਹੋ ਇੱਦਾਂ ਪ੍ਰਾਈਮੋ ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਵਾਂਗੇ। ਪ੍ਰਾਈਮੋ ਦੇ ਲਈ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ।